ਮੈਂ ਕਿਹਾ ਮੈਂ ਬੈਤ ਕਰਨੀ। ਕਹਿੰਦੇ ਹੈ ਕੀ ਕਰਨੀ? ਮੈਂ ਕਿਹਾ ਬੈਤ ਕਰਨੀ। ਉਹ ਮੈਨੂੰ ਇਹ ਵੀ ਨਹੀਂ ਪਤਾ ਸੀ ਬੈਤ ਕੀ ਹੁੰਦੀ। ਕਹਿੰਦੇ ਚਲਾ। ਅੱਛਾ ਮੈਂ ਬਿਲਕੁਲ ਐਸਾ ਮੈਨੂੰ ਯਾਦ ਹੈ ਜਿਸ ਤਰ੍ਹਾਂ ਬੰਦਾ ਰੱਸੀ ਪਕੜ ਕੇ ਬੱਕਰੀ ਨਹੀਂ ਖਿੱਚਦਾ ਐਸਾ ਉਹਨੇ ਮੈਨੂੰ ਖਿੱਚਿਆ ਮੈਂ ਉਹਦੇ ਨਾਲ ਉਹਨਾਂ ਕਹਿੰਦੀ ਇਹ ਸ਼ਹਿਜ਼ਾਦ ਸਾਹਿਬ ਨੇ ਕਹਿੰਦੇ ਮੈਂ ਬੈਤ ਕਰਨੀ ਹੈ। ਮੇਰਾ ਵੀ ਸਾਹਿਬ ਮੈਨੂੰ ਹਲਦਾ ਕਿ ਅਲਫਾਜ਼ ਯਾਦ ਨਹੀਂ ਕਹਿੰਦੇ ਬਾਹਰ ਜਾਣਾ ਹੀ। ਉਹ ਅੱਬਾ ਜੀ ਨੇ ਮੈਨੂੰ ਜਦੋਂ ਮੈਂ ਘਰ ਗਿਆ ਤੇ ਮੈਨੂੰ ਇੰਝ ਵੇਖਿਆ ਜਿਵੇਂ ਉਹ ਇੱਕ ਸ਼ੇਰ ਨਹੀਂ ਦੇਖਦਾ ਮਾੜੀ ਜਿਹੀ ਬੱਕਰੀ ਨੂੰ ਹੈ ਹਾਂ ਗੁੱਸੇ ਨਾਲ ਨਹੀਂ ਖਾਣ ਦੀ ਨੀਅਤ ਨਾਲ ਮੈਂ ਕਿਹਾ ਯਾਰ ਅੱਲਾ ਖੈਰ ਕਰੀ। ਕਿਸ਼ਤੀਆਂ ਨੂੰ ਉਹਨਾਂ ਨੂੰ ਜ਼ਬਾਨੀ ਯਾਦ ਹੁੰਦੀ ਸੀ ਅਤੇ ਜਿਹੜੀ ਦਿੱਲੀ ਗੇਟ ਦੀ ਮਸਜਿਦ ਨਾ ਉੱਥੇ ਦਰਸ ਦਿੰਦੇ ਸਨ ਕਿਸ਼ਤੀ ਨੂਰ ਦਾ। ਮਈ ਦਾ ਮਹੀਨਾ ਕਹਿੰਦੇ ਟਰੱਕ ਦੇ ਉੱਪਰ ਇੱਕ ਬੱਦਲ ਦਾ ਟੁਕੜਾ ਦੀ ਫਵਾਰ ਕਰਦਾ ਜਾ ਰਿਹਾ ਸੀ। ਜਦੋਂ ਅਸੀਂ ਰੋਬਾ ਪਹੁੰਚੇ ਹਾਂ ਅਤੇ ਸਾਹਿਬਜ਼ਾਦਾ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਉਦੋਂ ਖਲੀਫਾ ਨਹੀਂ ਸਨ। ਉਹਨਾਂ ਨੇ ਬਾਈ ਅਫਸੋਸ ਕੀਤਾ ਅਤੇ ਕਹਿੰਦੇ ਇਜਾਜ਼ਤ ਹੈ ਚਿਹਰਾ ਦੇਖ ਲਈ। ਕਹਿੰਦਾ ਚਿਹਰਾ ਦੇਖਿਆ ਅਤੇ ਨਾਲੇ ਕਿਹਾ ਸੁਭਾਨ ਅੱਲਾ। ਅਬਦੁੱਲਾ ਨੂੰ ਕਿੱਥੇ ਗੋਲੀ ਲੱਗੀ ਸੀ? ਬੇਟਾ ਸੀ ਨਾ ਬੜਾ ਜਵਾਨ ਬੇਟਾ ਸੀ ਅਤੇ ਬੜਾ ਪਿਆਰ ਸੀ। ਹਰ ਬੱਚੇ ਨਾਲ ਆਉਂਦਾ ਕਹਿੰਦੇ ਇੱਥੇ ਲੱਗੀ ਸੀ। ਕਹਿੰਦੇ ਲੋ ਮੈਨੂੰ ਵੀ ਲੱਗ ਗਈ। ਕਹਿੰਦੇ ਅਸੀਂ ਕੱਪੜਾ ਉਠਾ ਕੇ ਦੇਖਿਆ ਤਾਂ ਉੱਥੇ ਇੰਨਾ ਬੜਾ ਨੀਲ ਸੀ ਉਸ ਜਗ੍ਹਾ 'ਤੇ। ਹਜ਼ੂਰ ਖੁਦਾਮ ਸਾਰੇ ਨਾ ਇੱਕ ਘਰ ਸਨ ਵਕਾਰ ਅਮਲ ਅਤੇ ਉਸ ਵਕਾਰ ਅਮਲ 'ਚ ਹਜ਼ੂਰ ਸਲਾਮ ਵੀ ਸ਼ਰੀਕ ਹੋਏ ਅਤੇ ਆਪ ਨੂੰ ਪਸੀਨਾ ਆਇਆ ਅਤੇ ਉਦੋਂ ਲੋਕ ਬੜੇ ਜਿਹੜੇ ਨਾ ਦੂਰ ਅੰਦੇਸ਼ ਹੁੰਦੇ ਨਾ ਨਜ਼ਰ ਬੜੀ ਬਰੀਕ ਹੁੰਦੀ ਸੀ। ਅਤੇ ਪੜਦਾਦਾ ਜੀ ਨੇ ਕਿਹਾ ਕਿ ਇਸ ਤੋਂ ਪਹਿਲੇ ਕੋਈ ਹੋਰ ਹਜ਼ੂਰ ਨਾਲ ਇਜ਼ਹਾਰ ਕਰੇ ਤਾਂ ਉਹਨਾਂ ਕਹਿੰਦੇ ਹਜ਼ੂਰ ਇਹ ਕੁੜਤਾ ਮੁਝੇ ਨਾਇਤ ਕਰ ਦੇ। ਜਦੋਂ ਹਜ਼ੂਰ ਸਲਾਮ ਮੁਕੱਦਮੇ 'ਤੇ ਜੇਲਮ ਆਏ ਸਨ ਜੇਲਮ ਜਦੋਂ ਉਹ ਉਤਰੇ ਸਨ ਨਾ ਉੱਥੇ ਸਟੇਸ਼ਨ 'ਤੇ ਲੋਕਾਂ ਨੇ ਫੁੱਲਾਂ ਦੇ ਹਾਰ ਪਾਏ ਸਨ ਨਾ وہ پیڑ ہو رہے تھے جو مدت سے چوب خشک پڑتے ہی ایک چھینٹا دلہن سے نکھر گئے۔ اعوذ باللہ من الشیطان الرجیم، بسم اللہ الرحمن الرحیم۔ سامعین کرام، ہماری آج کی پوڈ کاسٹ ایک نہایت سعید فطرت نوجوان سے متعلق ہے جسے خدائے بزرگ و برتر نے عین نوجوانی میں قبول احمدیت کی توفیق عطا فرمائی۔ ان کی قبولیت احمدیت ایک طرح کی تجدید بیعت ہی تھی، کیونکہ یہ پیدا تو احمدی گھرانے میں ہی ہوئے، مگر ان کے والد بوجہ جماعت سے دور ہوتے چلے گئے۔ ان کا دل تو احمدی ہی رہا، مگر جماعت سے اپنی اور بچوں کی وابستگی ختم کر لی۔ اس سعید فطرت نوجوان کا نام شہزاد اسلم ہے، اور آج کی پوڈ کاسٹ نہ صرف ان کے حالات و واقعات قبولیت احمدیت پر مبنی ہے، بلکہ القلم اس پوڈ کاسٹ میں سیدنا حضرت اقدس مسیح موعود علیہ السلام کے تبرکات دکھانے کی سعادت بھی حاصل کر رہا ہے۔ شہزاد اسلم صاحب کے پردادا کو حضرت مسیح موعود علیہ السلام کی حجامت بنانے کی سعادت ملی، اور انہوں نے نہ صرف آپ علیہ السلام کے بال اور ناخن سنبھال کر رکھ لیے، بلکہ حضور علیہ السلام کا عمامہ اور کپڑے بھی سنبھال کر رکھے۔ وہ مبارک کپڑے کہ جن کی بابت اللہ تعالیٰ نے حضرت مسیح موعود علیہ السلام سے فرمایا، بادشاہ تیرے کپڑوں سے برکت ڈھونڈیں گے۔ جب حضرت مسیح موعود علیہ السلام نے جہلم کا سفر اختیار کیا تو وہاں جوش و وفور محبت میں محبان مسیح پاک نے جو پھول آپ پر نچھاور کیے، ان میں سے بھی کچھ سنبھال کر رکھ لیے۔ یہ سب تبرکات شہزاد اسلم صاحب کے پاس ہیں۔ آئیں یہ دلچسپ اور ایمان افروز گفتگو ملاحظہ فرمائیں۔ جی السلام علیکم۔ خاکسار کا نام شہزاد اسلم ابن محمد اسلم۔ خاکسار نے 1995 اگست 1995 مرید کے تجدید بیعت کی تھی۔ ضیاء اللہ ظفر صاحب وہ مرید کے ہوندے سن ایز اے مربی،
ਮਰਬੀ ਸਿਲਸਿਲਾ ਤੇ ਤਜਦੀਦ ਬੈਤ ਵਾਲਿਦ ਸਾਹਿਬ ਮੁਹੰਮਦ ਅਸਲਮ ਸਾਹਿਬ ਸੁਹਾਬੀ ਹਜ਼ਰਤ ਮਸੀਹ ਅਸਲਾਮ ਅਬਦੁਲ ਗਫਾਰ ਸਾਹਿਬ ਜਰਾ ਉਹਨਾਂ ਦੇ ਸਾਹਿਬਜ਼ਾਦੇ ਸਨ ਤੇ ਅਬਦੁਲ ਗਫਾਰ ਜਰਾ ਸਾਹਿਬ ਮੇਰੇ ਜਿਹੜੇ ਦਾਦਾ ਸਨ ਉਹਨਾਂ ਦੇ ਵਾਲਿਦ ਸਨ ਗੁਲਾਮ ਰਸੂਲ ਸਾਹਿਬ ਹਜਾਮ ਹਜ਼ਰਤ ਮਸੀਹ ਅਸਲਾਮ ਗੁਲਾਮ ਰਸੂਲ ਸਾਹਿਬ ਹਜਾਮ ਉਹਨਾਂ ਨੇ 1892 ਜਿਹੜੀ ਤਾਰੀਖ ਅਹਿਮਦੀਅਤ 'ਚ ਜ਼ਿਕਰ ਹੈ 1890-92 'ਚ ਉਹਨਾਂ ਨੇ ਹਜ਼ਰਤ ਮਸੀਹ ਅਸਲਾਮ ਦੇ ਹੱਥੇ ਬੈਤ ਕੀਤੀ ਸੀ। ਅੰਮ੍ਰਿਤਸਰ ਤੋਂ ਉਹ ਕਾਦੀਆਨ ਗਏ ਤੇ ਵੈਸੇ ਉਹ ਜੰਮੂ ਕਸ਼ਮੀਰ ਦੇ ਸਨ। ਜੰਮੂ ਤੋਂ ਫਿਰ ਉਹਨਾਂ ਨੇ ਹਿਜਰਤ ਕੀਤੀ ਅੰਮ੍ਰਿਤਸਰ, ਜਿਹੜਾ ਕਿ ਸਾਨੂੰ ਵਾਲਾ ਸਾਹਿਬ ਦੱਸਦੇ ਰਹਿੰਦੇ ਸਨ। ਹਵੇਲੀ ਕਲਕੱਤੀਆਂ ਮੈਨੂੰ ਯਾਦ ਹੈ, ਅੰਮ੍ਰਿਤਸਰ ਇੱਕ ਹਵੇਲੀ ਹੁੰਦੀ ਸੀ ਕਲਕੱਤੀਆਂ, ਕਿਉਂਕਿ ਉਸ ਵਕਤ ਦੇ ਜਿਹੜੇ ਲੈਟਰਸ ਨੇ ਉਹ ਮੇਰੇ ਕੋਲ ਖਾਕਸਾਰ ਕੋਲ ਹੈ ਨਹੀਂ, ਮੌਜੂਦ ਨੇ, ਅਤੇ ਉਹਨਾਂ ਦੇ ਜਿਹੜਾ ਐਡਰੈਸ ਲਿਖਿਆ ਹਵੇਲੀ ਕਲਕੱਤੀਆਂ ਦਾ ਹੀ ਹੈ। ਗੁਲਾਮ ਰਸੂਲ ਉਹਨਾਂ ਨੇ 1892 'ਚ ਬੈਤ ਕੀਤੀ ਅਤੇ ਦਾਦਾ ਜੀ ਮੇਰੇ ਜਿਹੜੇ ਸਨ ਉਹਨਾਂ ਨੇ ਕਾਦੀਆਨ ਵਿੱਚ ਬੋਰਡਿੰਗ 'ਚ ਉਹ ਪੜ੍ਹੇ ਅਤੇ ਹਜ਼ਰਤ ਖਲੀਫਤੁਲ ਮਸੀਹ ਅਲ-ਅਵਲ ਰਜ਼ੀ ਅੱਲਾਹ ਤਾਲਾ ਅਨਹੂ ਉਹਨਾਂ ਨਾਲ ਬੜਾ ਗਹਿਰਾ ਤਾਲੁਕ ਸੀ। ਅੱਬਾ ਜੀ ਦੇ ਦੱਸਦੇ ਹੁੰਦੇ ਕਿ ਬੜਾ ਗਹਿਰਾ ਤਾਲੁਕ ਹੁੰਦਾ ਸੀ ਉਹਨਾਂ ਦਾ, ਯਾਨੀ ਕਿ ਉਹਨਾਂ ਦੇ ਘਰ ਜਾਂਦੇ ਸਨ ਅਤੇ ਉਹਨਾਂ ਦੇ ਘਰ ਖਾਂਦੇ ਪੀਂਦੇ ਵੀ ਸਨ। ਅਤੇ ਮਿਰਜ਼ਾ ਸ਼ਰੀਫ ਸਾਹਿਬ ਹਜ਼ਰਤ ਮਸੀਹ ਸਾਹਿਬ ਦੇ ਛੋਟੇ, ਮੈਨੂੰ ਯਾਦ ਹੈ ਉਹ ਵੀ ਉਹ ਜ਼ਿਕਰ ਹੈ ਉਹ ਤਾਰੀਖ ਅਹਿਮਦੀਅਤ ਵਿੱਚ ਕਿ ਹਜ਼ੂਰ ਮੇਰੇ ਦਾਦਾ ਜੀ ਨਾਲ ਇਨਕੇ ਬਚਪਨ ਨੂੰ ਖੇਲਦੇ ਰਹੇ ਅਤੇ ਹਜ਼ਰਤ ਮਸੀਹ ਅਲ-ਇਸਲਾਮ ਨੇ ਆਪ ਨੂੰ ਗੋਦ ਵਿੱਚ ਉਠਾਇਆ, ਗੋਦ ਵਿੱਚ ਆ ਕੇ ਪਿਆਰ ਵੀ ਕੀਤਾ। ਉਹ ਵਾਕਿਆਤ ਜਿਹੜੇ ਨੇ ਉਹ ਤਾਰੀਖ ਅਹਿਮਦੀਅਤ ਵਿੱਚ ਮੈਂ ਪੜ੍ਹੇ ਵੀ ਨੇ, ਉਹ ਮੇਰੇ ਕੋਲ ਮੌਜੂਦ ਵੀ ਨੇ ਇਸ ਵਕਤ, ਅਤੇ ਉਹਦੇ ਵਾਸਤੇ ਮੈਨੂੰ ਤਾਰੀਖ ਅਹਿਮਦੀਅਤ ਵਾਲਿਆਂ ਨੇ ਬਣਾ ਦਾ ਜਜ਼ਾਕ ਅੱਲਾਹ ਕਰਨਾ, ਬਹੁਤ ਉਹਨਾਂ ਮੇਰੇ ਨਾਲ ਤਾਵਨ ਕੀਤਾ। ਲਾਇਬ੍ਰੇਰੀ ਖਿਲਾਫਤ ਲਾਇਬ੍ਰੇਰੀ ਦਾ ਉਹ ਸਾਰਾ ਜਿਹੜਾ ਮਵਾਦ ਸੀ ਉਹ ਇਕੱਠਾ ਕਰਕੇ ਮੈਨੂੰ ਇਹਦੇ ਕਿਤਾਬਚੇ ਦੀ ਸ਼ਕਲ ਦਿੱਤਾ, ਉਹ ਫਿਰ ਮੈਂ ਆਪਣੇ ਕੋਲ ਮਹਿਫੂਜ਼ ਕੀਤਾ ਸਾਰਾ। ਜਿਹੜਾ ਰਿਟਰਨ ਸੀ, ਰਿਟਰਨ ਮੇਰੇ ਕੋਲ ਪਹਿਲੇ ਨਹੀਂ ਸੀ ਹੈ, ਜਦੋਂ ਮੈਂ ਇੱਥੇ ਹਿਜਰਤ ਕਰਕੇ ਆਇਆ ਰਾਵਲਪਿੰਡੀ ਤੋਂ, ਫਿਰ ਉਹਨਾਂ ਨੇ ਮੈਨੂੰ ਬੜਾ ਮੇਰਾ ਤਾਵਨ ਕੀਤਾ। ਫਿਰ ਉਸ ਤੋਂ ਬਾਅਦ ਦਾਦਾ ਪੜਦਾਦਾ ਜੀ ਨੇ, ਕਿਉਂਕਿ ਉਹਨਾਂ ਦਾ ਜਿਹੜਾ ਸ਼ੋਭਾ ਪੇਸ਼ਾ ਸੀ ਉਹ ਸੀ ਹਜਾਮ, ਅਤੇ ਉਹ ਹਜ਼ਰਤ ਮਸੀਹ ਅਲ-ਇਸਲਾਮ ਦੀ ਹਜਾਮਤ ਵੀ ਕਰਦੇ ਰਹੇ ਅਤੇ ਮਹਿੰਦੀ ਵੀ ਲੰਗਾਉਂਦੇ ਰਹੇ ਬਾਲਾਂ ਨੂੰ, ਬਾਲ ਤਰਾਜਦੇ ਵੀ ਸਨ ਅਤੇ ਨਾਖੂਨ ਵੀ ਤਰਾਜਦੇ ਸਨ। ਪੜਦਾਦਾ ਜਾਨ ਗੁਲਾਮ ਰਸੂਲ ਸਾਹਿਬ, ਦਾਦਾ ਜਾਨ ਉਦੋਂ ਬੋਰਡਿੰਗ 'ਚ ਸਨ, ਉਦੋਂ ਬੱਚੇ ਸਨ, ਬੋਰਡਿੰਗ 'ਚ ਪੜ੍ਹਦੇ ਸਨ, ਅਤੇ ਉਹ ਫਿਰ ਉਹ ਜਿਹੜੇ ਤਬਰਕਾਤ ਹੁੰਦੇ ਸਨ ਉਹ 'ਚ ਨਾਖੂਨ ਅਤੇ ਬਾਲ, ਅਤੇ ਫਿਰ ਉਹ ਆਪਣੇ ਕੋਲ ਮਹਿਫੂਜ਼ ਕੀਤੇ। ਫਿਰ ਉਹ ਜਿਹੜੇ ਇੱਕ ਕੱਪੜਿਆਂ ਦਾ ਜੋੜਾ, ਉਹ 'ਚ ਕੁੜਤਾ ਅਤੇ ਸ਼ਲਵਾਰ, ਕੁੜਤਾ ਅਤੇ ਸ਼ਲਵਾਰ, ਦੋ ਸ਼ਲਵਾਰਾਂ ਨੇ ਅਤੇ ਕੁੜਤਾ, ਉਹ ਜਿਹੜਾ ਜ਼ਿਕਰ ਹੈ ਮੌਜੂਦ ਹੈ ਉਹ ਇਸ ਤਰ੍ਹਾਂ ਕਿ ਹਜ਼ੂਰ ਖੁਦਾਮ ਸਾਰੇ ਨਾ ਇੱਕ ਕਾਰੇ ਸਨ ਵਕਾਰੇ ਅਮਲ, ਅਤੇ ਉਸ ਵਕਾਰੇ ਅਮਲ 'ਚ ਹਜ਼ੂਰ ਅਲੈਹਿਸਸਲਾਮ ਵੀ ਸ਼ਰੀਕ ਹੋਏ ਅਤੇ ਆਪ ਨੂੰ ਪਸੀਨਾ ਆਇਆ, ਅਤੇ ਉਦੋਂ ਲੋਕ ਬੜੇ ਜਿਹੜੇ ਨਾ ਦੂਰ ਅੰਦੇਸ਼ ਹੁੰਦੇ ਨਾ, ਨਜ਼ਰ ਬੜੀ ਬਰੀਕ ਹੁੰਦੀ ਸੀ, ਅਤੇ ਪੜਦਾਦਾ ਜੀ ਨੇ ਕਿਹਾ ਕਿ ਇਸ ਤੋਂ ਪਹਿਲੇ ਕੋਈ ਹੋਰ ਹਜ਼ੂਰ ਨਾਲ ਇਜ਼ਹਾਰ ਕਰੇ, ਤਾਂ ਉਹਨਾਂ ਕਹਿੰਦੇ ਹਜ਼ੂਰ ਇਹ ਕੁੜਤਾ ਮੁਝੇ ਨਾਤ ਕਰ ਦੇ, ਤਾਂ ਹਜ਼ੂਰ ਵੀ ਇਨਕਾਰ ਨਹੀਂ ਸੀ ਕੀਤਾ, ਉਹ ਕੁੜਤਾ ਉਹਨਾਂ ਨੂੰ ਪਸੀਨੇ ਵਾਲਾ। ਉਹ ਮੈਂ ਹੁਣ ਵੀ ਹਾਲੇ ਉਹ ਜਦੋਂ ਦਾ ਬਾਕਸ ਬਣਿਆ ਮੈਂ ਉਹ ਬਾਕਸ ਹੁਣ ਵੀ ਖੋਲ੍ਹ ਲੈਣਾ, ਉਸ ਤਰ੍ਹਾਂ ਦੀ ਮਹਿਕ ਆਉਂਦੀ ਜਿਹੜੀ ਬਚਪਨ 'ਚ ਮੈਨੂੰ ਆਉਂਦੀ ਸੀ ਨਾ। ਹਾਂ, ਥੋੜ੍ਹਾ ਕਲਰ ਚੇਂਜ ਜ਼ਰੂਰ ਹੋਇਆ, ਕਿਉਂਕਿ ਇਸ ਟਾਈਮ ਮੈਂ 48-49 ਦੇ ਕਰੀਬ ਹੋ ਗਿਆ, ਅਤੇ ਮੈਂ ਉਹ ਦੇਖਣਾ ਉਹ ਕਲਰ ਉਹ ਚੇਂਜ ਹੋ ਗਏ ਕੱਪੜਿਆਂ ਦੇ, ਲੇਕਿਨ ਉਹ ਖੁਸ਼ਬੂ ਵਾਲੇ ਉਸ ਤਰ੍ਹਾਂ ਹੀ। ਫਿਰ ਉਹ ਤਬਰਕਾਤ ਜਿਹੜੇ ਨੇ ਉਹ ਪੜਦਾਦਾ ਜੀ ਨੇ ਸੰਭਾਲੇ, ਆਪਣੀ ਦੁਕਾਨ 'ਤੇ ਰੱਖੇ, ਅਤੇ ਫਿਰ ਲੋਕਾਂ ਨੂੰ ਦਿਖਾਉਂਦੇ ਸਨ ਕਿ ਵਕਤ ਦੇ ਨਬੀ ਦੇ ਵਕਤ ਦੇ ਇਮਾਮ ਅਲੈਹਿਸਸਲਾਮ ਦੇ ਨਾਖੂਨ ਨੇ, ਬਾਲ ਨੇ, ਉਹਨਾਂ ਦੇ ਤਬਰਕਾਤ ਨੇ। ਫਿਰ ਉਹ ਤਬਰਕਾਤ ਜਿਹੜੇ ਨੇ ਜਦੋਂ ਹਿਜਰਤ ਹੋਈ ਅਤੇ ਦਾਦਾ ਜੀ ਜਦੋਂ ਉੱਥੋਂ ਹਿਜਰਤ ਕਰਕੇ ਆਏ, ਅਤੇ ਉਹ ਉਸ ਵਕਤ ਜਦੋਂ ਫਸਾਦਾਤ ਹੋਏ ਸਨ, ਸਾਡੇ ਵੱਡੇ ਤਾਇਆ ਜੀ ਸਨ, ਉਹਨਾਂ ਦਾ ਨਾਮ ਸੀ ਅਬਦੁਲ ਹਈ, ਉਹ ਪਹਿਲਵਾਨ ਸਨ, ਗਾਮਾ ਪਹਿਲਵਾਨ, ਬੜੇ ਮਸ਼ਹੂਰ, ਰੁਸਤਮ ਜ਼ਮਾਂ, ਉਹਨਾਂ ਦੇ ਅਖਾੜੇ ਵਿੱਚ ਉਹ ਕਰਦੇ ਸਨ ਵਰਦੀ। ਅਤੇ ਅਬਦੁਲ ਹਈ ਉਦੋਂ ਮਸ਼ਹੂਰ ਹੁੰਦੇ ਸਨ, ਬੜੇ ਸਿਹਤਮੰਦ ਪਹਿਲਵਾਨ ਸਨ, ਲੇਕਿਨ ਉਹ ਘਰ ਵਾਲਿਆਂ ਦੀ ਰਕਸ਼ਾ ਕਰਦੇ ਨਾ, ਘਰ ਵਾਲਿਆਂ ਨੂੰ ਬਚਾਉਂਦੇ ਉਹਨਾਂ ਨੇ ਇੱਕ ਕਮਰੇ 'ਚ ਬੰਦ ਕਰਤਾ ਸਾਰੀ ਬੀਬੀਆਂ ਨੂੰ, ਅਤੇ ਆਪ ਉਹ ਬੜ ਕੁੰਡੀ ਲਾ ਕੇ ਅਤੇ ਉਹਨਾਂ ਜਿਹੜਾ ਹਜੂਮ ਆਇਆ ਸੀ ਉਹਨਾਂ ਨਾਲ ਲੜਾਈ ਕੀਤੀ।
ਉਹਨਾਂ 'ਚੋਂ ਕਿਸੇ ਨੇ ਉਹਨਾਂ ਨੂੰ ਫਿਰ ਗੋਲੀ ਮਾਰ ਦਿੱਤੀ, ਜਿਹੜੀ ਗੋਲੀ ਲੱਗੀ ਸੀ ਉੱਥੇ ਸ਼ਹੀਦ ਹੋ ਗਏ। ਪਰ का किस्सा मुख्तसर के दादा जी ने अब्दुल अली साहब ਨੂੰ ਉੱਥੇ ਤਦਫੀਨ ਕਰਕੇ ਫੌਰੀ ਤੌਰ 'ਤੇ ਫਿਰ ਲਾਹੌਰ ਆ ਗਏ। ਲਾਹੌਰ ਆਏ ਤੇ ਲਾਹੌਰ ਜਿਹੜਾ ਅੱਬਾ ਜੀ ਦਾਦੇ ਸਨ, ਜਿਹੜਾ ਅਲਾਟਮੈਂਟ ਕਰਦਾ ਸੀ ਨਾ, ਉਹ ਦਾਦਾ ਜੀ ਦਾ ਕੁਝ ਜਾਣਨ ਵਾਲੇ ਸਨ, ਕਿਉਂਕਿ ਦਾਦਾ ਜੀ ਪੜ੍ਹੇ ਸਨ ਉੱਥੋਂ ਕਾਦੀਆਨ ਤੋਂ, ਸਾਰਾ ਕੁਝ ਜਾਣਦੇ ਸਨ। ਫਿਰ ਉਹ ਫਿਰ ਜਿਹੜੀ ਇਸ ਵਕਤ ਬੜੀ ਮਸ਼ਹੂਰ ਇੱਕ ਬਿਲਡਿੰਗ ਹੈ ਜਿਹਨੂੰ ਅਸੀਂ ਫਰੂਕ ਪਲਾਜ਼ਾ ਜਾਂ ਲਾਹੌਰ ਹੋਟਲ ਕਹਿੰਦੇ ਆ, ਉਹ ਲਾਹੌਰ ਹੋਟਲ ਪਹਿਲੇ ਇੱਕ ਬੜੀ ਵੱਡੀ ਹਵੇਲੀ ਸੀ, ਉਹ ਅਲਾਟ ਹੋਈ ਸੀ। ਲਾਹੌਰ ਹੋਟਲ, ਹਾਂਜੀ ਲਾਹੌਰ ਹੋਟਲ ਬੜਾ ਮਸ਼ਹੂਰ ਲਾਹੌਰ ਹੋਟਲ, ਤੇ ਹੁਣ ਇਸ ਟਾਈਮ ਫਰੂਕ ਪਲਾਜ਼ਾ ਦੇ ਨਾਂ ਹੈ। ਤੇ ਉਹ ਉਦੋਂ ਹਵੇਲੀ ਸੀ, ਉਹ ਅਲਾਟ ਕੀਤੀ ਉਹਨਾਂ ਨੇ। ਤੇ ਦਾਦਾ ਜੀ ਤੇ ਦਾਦੀ ਜਾਨ ਬੱਚਿਆਂ ਨੂੰ ਲੈ ਕੇ ਤੇ ਆਪਣੇ ਜਿਹੜੇ ਹੋਰ ਦੂਜੇ ਰਿਲੇਟਿਵ ਗੈਰ ਅਹਿਮਦੀ ਸਨ ਉਹਨਾਂ ਨੂੰ ਲੈ ਕੇ ਉਹ ਜਿਹੜੇ ਐਂਟਰ ਹੋਏ, ਤੇ ਦਾਦੀ ਜਾਨ ਜ਼ਾਹਿਰ ਉਹ ਆਪਣੇ ਬੱਚੇ ਨੂੰ ਉੱਥੇ ਤਦਫੀਨ ਕਰਕੇ ਆਏ, ਤੇ ਉਹ ਸਾਰਾ ਨਕਸ਼ਾ ਅੱਖਾਂ ਦੇ ਅੱਗੇ ਸੀ। ਅੱਬਾ ਜੀ ਦੱਸਦੇ ਜਦੋਂ ਅਸੀਂ ਅੰਦਰ ਐਂਟਰ ਹੋਏ ਆ ਉਸ ਹਵੇਲੀ ਦੀ, ਤੇ ਇੱਕ ਲਾਸ਼ ਪਈ ਸੀ। ਉਹਨੇ ਲਾਸ਼ ਸਿੱਖ ਦੀ ਸੀ ਜਾਂ ਹਿੰਦੂ ਸੀ ਇਹ ਮੈਨੂੰ ਯਾਦ ਨਹੀਂ ਹੈ, ਮੈਨੂੰ ਦੱਸਿਆ ਨਾ ਜ਼ਰੂਰ ਸੀ, ਬਚਪਨ ਦੱਸਦੇ ਸਨ। ਤੇ ਦਾਦੀ ਰੋਣ ਲੱਗ ਪਏ, ਕਿਉਂਕਿ ਉਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਕਤਨ ਕੋਈ ਲਾਲਚ ਨਹੀਂ ਸੀ ਦੁਨੀਆ ਦਾ। ਉਹ ਦੀਨਦਾਰ ਲੋਕ ਸਨ, ਉਹ ਲੋਕ ਸਨ ਜਿਨ੍ਹਾਂ ਨੇ ਹਜ਼ਰਤ ਮਸੀਹ ਮੌਲਾ ਸਲਾਮ ਦੇ ਕਦਮਾਂ 'ਚ ਵਕਤ ਗੁਜ਼ਾਰਿਆ। ਉਹਨਾਂ ਨੂੰ ਕਿਤੇ ਲਾਲਚ ਹੀ ਕੋਈ ਨਹੀਂ ਸੀ, ਕਤਨ ਕੋਈ ਲਾਲਚ ਨਹੀਂ ਸੀ। ਫੌਰੀ ਤੌਰ 'ਤੇ ਉੱਥੋਂ ਆ ਗਏ, ਕਿਤੇ ਨਹੀਂ ਰਹਿਣਾ। ਲੇਕਿਨ ਅੱਬਾ ਜੀ ਇਹ ਵੀ ਦੱਸਦੇ ਸਨ ਕਿ ਜਿਹੜੇ ਗੈਰ ਅਹਿਮਦੀ ਰਿਸ਼ਤੇਦਾਰ ਸਾਡੇ ਖਾਲਾ, ਉਹਨਾਂ ਦੀ ਖਾਲਾ, ਮੇਰੇ ਵਾਲਦ ਸਾਹਿਬ ਦੀ ਖਾਲਾ, ਉਹਨਾਂ ਦੇ ਬੱਚਿਆਂ ਨੇ ਜਾਂ ਉਹਨਾਂ ਨੇ ਉੱਥੋਂ ਜਿਹੜੀ ਮੂਰਤੀਆਂ ਵਗੈਰਾ ਪਈਆਂ ਜਾਂ ਕੋਈ ਵੀ ਉੱਥੋਂ ਦੇ ਚੀਜ਼ਾਂ ਸਨ ਉਠਾ ਲਿਆ था। ਫਿਰ ਇਹ ਆਏ ਦਿੱਲੀ ਗੇਟ, ਉੱਥੇ ਅਲਾਟਮੈਂਟ ਹੋਈ। ਹਵੇਲੀ ਦੀਨਾਨਾਥ ਬੜੀ ਫੇਮਸ ਹੈ, ਹਵੇਲੀ ਦੀਨਾਨਾਥ ਵਜ਼ੀਰ ਖਾਨ ਮਸਜਿਦ ਹੈ, ਉਹਦੇ ਕਰੀਬ ਹੈ ਹਵੇਲੀ ਦੀਨਾਨਾਥ। ਤੁਸੀਂ ਹੁਣ ਵੀ ਸਰਚ ਕਰੋਗੇ ਇੰਟਰਨੈਟ 'ਤੇ ਤੁਹਾਨੂੰ ਦੱਸ ਦਿਓ। ਹਾਂਜੀ ਉਹ ਅਲਾਟਮੈਂਟ ਹੋਈ ਸੀ ਸਾਨੂੰ। ਮੇਰੀ ਪੈਦਾਇਸ਼ ਸਾਡੀ ਮੇਰੀ ਸਿਰਫ ਛੋਟੀ ਹਮਸ਼ੀਰਾ ਦੀ ਮੁਰੀਦ ਕਦੀ ਪੈਦਾਇਸ਼, ਬਾਕੀ ਸਾਰੇ ਉੱਥੋਂ ਦੀ ਪੈਦਾਇਸ਼ ਦੀਨਾਨਾਥ। ਉਹ ਦੀਨਾਨਾਥ ਹਵੇਲੀ ਅਸੀਂ ਜਾਂਦੇ ਰਹੇ ਨਾ, ਜਦੋਂ ਮੈਂ ਹੋਸ਼ ਸੰਭਾਲੀ ਉੱਥੇ ਮੁਰੀਦ ਕੇ ਜਦੋਂ ਅਸੀਂ ਹਿਜਰਤ ਕੀਤੀ ਨਾ, ਉਦੋਂ ਮੇਰੀ ਉਮਰ ਸੀ ਅੱਬਾ ਜੀ ਦੱਸਦੇ ਨਾ ਕਿ ਕੁਛ 6 ਜਾਂ 7 ਮਹੀਨੇ। ਤੇ ਫਿਰ ਜਦੋਂ ਅਸੀਂ ਹੋਸ਼ ਸੰਭਾਲੀ ਅਸੀਂ ਜਾਂਦੇ ਰਹੇ ਹਾਂ ਹਵੇਲੀ 'ਚ, ਕਿਉਂਕਿ ਉਹ ਹਵੇਲੀ 'ਚ ਸਾਰੇ ਗੈਰ ਅਹਿਮਦੀ ਸਨ, ਸਿਰਫ ਅੱਬਾ ਜੀ ਦੀ ਫੈਮਿਲੀ ਜਿਹੜੀ ਅਹਿਮਦੀ ਸੀ। ਤੇ ਉਹ ਜਦੋਂ ਦਾਦਾ ਜੀ ਹਯਾਤ ਸਨ ਉਦੋਂ ਜੋ 57 ਦੇ ਫਸਾਦ ਹੋਏ ਸਨ ਨਾ, 57 ਦੇ ਹੋਏ ਸਨ ਫਸਾਦ। ਉਹ ਜਦੋਂ ਬੜਾ ਮਸ਼ਹੂਰ ਵਾਕਿਆ ਉਹ 53 'ਚ, ਹਾਂ 53 ਇੱਕ 53 ਦੇ ਫਸਾਦਾਤ ਸਨ, ਤੇ ਹਾਂ 59 ਜਿਹਨਾਂ ਦੀ ਵਫਾਤ ਹੋਈ ਸੀ। ਉਹ 53 ਦੇ ਜਿਹੜੇ ਫਸਾਦਾਤ ਹੋਏ ਸਨ ਉਹਦੇ ਵਿੱਚ ਮੌਲਾਨਾ ਅਬਦੁਲ ਸਤਾਰ ਨਿਆਜ਼ੀ ਸਾਹਿਬ ਜਿਹਨਾਂ ਨੇ ਦਾੜੀ ਬਣਾਈ ਸੀ, ਉਹ ਮੈਂ ਅੱਬਾ ਜੀ ਕੋਲ ਤਸਵੀਰ ਹੁੰਦੀ ਸੀ ਬਲਕਿ ਸਾਰਾ। ਤੇ ਅੱਬਾ ਜੀ ਦੱਸਦੇ ਨੇ ਕਿ ਸਾਡੇ ਜਿਹੜੇ ਗੈਰ ਅਹਿਮਦੀ ਰਿਸ਼ਤੇਦਾਰ ਸਨ ਉਹਨਾਂ ਨੇ ਸਾਡੇ ਵਾਲਦ ਸਾਹਿਬ ਦਾ, ਜਿਵੇਂ ਕਿ ਦਾਦਾ ਜੀ ਦਾ ਸਾਡੇ ਦਾ, ਉਹਨਾਂ ਨੂੰ ਕਤਲ ਕਰਨ ਦਾ ਮਸੂਬਾ ਬਣਾਇਆ ਸੀ। ਤੇ ਦਾਦਾ ਜੀ ਹੁਣ ਸੁਹਾਬੀ ਸਨ, ਮੁਸਲਿਮ ਦੇ ਹੈ ਜੀ, ਉਹਨਾਂ ਨੂੰ ਅੱਲਾਹ ਤਾਲਾ ਨੇ ਖਾਬ 'ਚ ਸਾਰਾ ਕੁਝ ਨਕਸ਼ਾ ਦਿਖਾਤਾ। ਤੇ ਅੱਬਾ ਜੀ ਪਰੇਸ਼ਾਨ ਸਨ। ਅੱਬਾ ਜੀ ਨਾਲੇ ਤਾਇਆ ਜੀ ਸਨ, ਉਹਨਾਂ ਦਾ ਸੀ ਮੁਹੰਮਦ ਅਕਰਮ, ਉਹ ਜੋਧਾਮਲ ਬਿਲਡਿੰਗ ਜਿਹੜੀ ਕਿ ਹਜ਼ਰਤ ਦੁਆਖਾਨਾ ਹਕੀਮ ਨੂਰੁੱਦੀਨ ਰਜ਼ੀ ਅੱਲਾਹ ਉੱਥੇ ਰਹੇ ਨੇ ਪੂਰੀ ਲਾਈਫ ਉੱਥੇ ਹੀ, ਔਰ ਔਨ ਡਿਊਟੀ ਉਹਨਾਂ ਦੀ ਉੱਥੇ ਡੈਥ ਹੋਈ ਸੀ। ਤੇ ਉਹ ਹਕੀਮ ਸਨ। ਤੇ ਉਹ ਦਾਦਾ ਜੀ ਨੇ ਕਿਹਾ ਪਰੇਸ਼ਾਨ ਨਾ ਹੋ, ਅੱਲਾਹ ਤਾਲਾ ने मैंने दस देता है कि फ़ौज तुम्हारी मदद के लिए आएगी, फ़ौज तुम्हारी मदद के लिए आएगी। अब्बा जी कहते हैं किस तरह हो सकता? हवेली में खुद देखी है, ज़मीन तो 3 मंजिला ऊँची है। तो अब्बा जी कहते मैं जो छत ते गया तो उत्तर जाके हैरान हो गया, ऊपर फौजी कहते मैं क्या है कि नज़ारा है, फौजी कितों आ गए, क्योंकि वो फसादा था तो उन्होंने पता सी कि किहड़े अहमदियां जिस तरह उन्होंने पता होंगे कि किहड़े अहमदियां के घर ने। तो वो फिर अल्लाह ताला ने बड़ी मदद की थी। जो दादा जी वफात पाए ने तो अब्बा जी दसदे ने कि उन्होंने ताबूत च बंद करके जो असी एक ट्रक सी वो च लैके आए। मई का महीना से 5वां महीना ना मई का जी। तो उदों हज़रत खलीफतुल मसीह सानी रज़ी अल्लाह ताला अन्हु दी तबीयत बड़ी ख़राब सी, अखबार च आंदा भी सी हजूर दी, वो चाकू लग्या सी गलबन कोई, उसदी वजह तो ना बहुत तबीयत ख़राब रहिंदी सी। तो उदों फिर नाल हजूर दी तबीयत दा बारे ते नाल उस फ्रंट पेज थी कि साहबी हज़रत मसीह मौला सलाम ख्वाजा अब्दुल गफ्फार जरा आज वफात पा गए। वो फ्रंट पेज थी उदों अल-फज़ल च, मैनूं भी याद है, वो भी है मेरे को अल-फज़ल दा वो पेज था कॉपी। अच्छा बड़का अब्बा जी दसदे ने कि जो असीं उत्थों ट्रक दे नाल आए ना
ਮਈ ਦਾ ਮਹੀਨਾ, ਕਹਿੰਦੇ ਟਰੱਕ ਦੇ ਉੱਪਰ ਇੱਕ ਬੱਦਲ ਦਾ ਟੁਕੜਾ ਸੀ ਜਿਹੜਾ ਫੁਆਰ ਕਰਦਾ ਜਾ ਰਿਹਾ ਸੀ। ਜਦੋਂ ਅਸੀਂ ਰੋਵਾ ਪਹੁੰਚੇ ਹਾਂ ਅਤੇ ਸਾਹਿਬਜ਼ਾਦਾ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਉਦੋਂ ਖਲੀਫਾ ਨਹੀਂ ਸਨ, ਉਹਨਾਂ ਨੇ ਅੱਬਾ ਜੀ ਨੂੰ ਅਫਸੋਸ ਕੀਤਾ ਅਤੇ ਕਹਿੰਦੇ ਇਜਾਜ਼ਤ ਹੈ ਚਿਹਰਾ ਦੇਖਣ ਦੀ। ਕਹਿੰਦਾ ਚਿਹਰਾ ਦੇਖਿਆ ਅਤੇ ਨਾਲੇ ਕਿਹਾ ਸੁਭਾਨ ਅੱਲਾ। ਅਤੇ ਮੇਰੇ ਕੋਲ ਤਸਵੀਰ ਹੈ ਦਾਦਾ ਜੀ ਦੀ, ਮਾਸ਼ਾਅੱਲਾ ਬਹੁਤ ਨੂਰਾਨੀ ਚਿਹਰਾ ਸੀ, ਬਹੁਤ ਨੂਰਾਨੀ ਚਿਹਰਾ ਸੀ। ਅਤੇ ਅੱਬਾ ਜੀ ਇਹ ਵੀ ਮੈਨੂੰ ਦੱਸਦੇ ਸਨ ਕਿ ਜਦੋਂ ਆਪ ਫੌਤ ਹੋਣ ਲੱਗੇ ਨਾ ਅਤੇ ਉਹ ਕਹਿੰਦੇ ਨਾ ਕਿ ਅਬਦੁੱਲਾ ਜੀ ਨੂੰ ਕਿੱਥੇ ਗੋਲੀ ਲੱਗੀ ਸੀ। ਬੇਟਾ ਸੀ ਨਾ, ਬੜਾ ਜਵਾਨ ਬੇਟਾ ਸੀ ਅਤੇ ਬੜਾ ਪਿਆਰ ਸੀ, ਹਰ ਬੱਚੇ ਨਾਲ ਹੁੰਦਾ। ਕਹਿੰਦੇ ਇੱਥੇ ਲੱਗੀ ਸੀ, ਕਹਿੰਦੇ ਲੋ ਮੈਨੂੰ ਵੀ ਲੱਗ ਗਈ। ਕਹਿੰਦੇ ਅਸੀਂ ਕੱਪੜਾ ਉਠਾ ਕੇ ਦੇਖਿਆ ਤਾਂ ਉੱਥੇ ਇੰਨਾ ਬੜਾ ਨੀਲ ਸੀ ਉਸੇ ਜਗ੍ਹਾ 'ਤੇ, ਇਤਨਾ ਬੜਾ ਨੀਲ ਉਸੇ ਜਗ੍ਹਾ 'ਤੇ। ਅਤੇ ਅਸੀਂ ਕਿਹਾ ਕਿ ਨਹੀਂ, ਦਿਲ 'ਚ ਉਹ ਗਿਆ ਨਹੀਂ ਸੀ ਹਾਲੇ ਤੱਕ। ਬਰਕੈਫ ਕਹਿੰਦੇ ਫੌਤ ਹੋ ਗਏ। ਅਤੇ बना सकता नहीं एक पाँव कीड़े का बशर हरगिज़, तो फिर क्यों कर बनाना नूरे हक का उस पे आसा है। कहते ਇਹ ਸ਼ੇਰ ਪੜ੍ਹਦੇ ਸਨ ਅਤੇ ਉਹਨਾਂ ਦੀ ਜਿਹੜੀ ਨਾ ਰੂਹ ਕਬਜ਼ ਹੋ ਗਈ, ਜਾਨ ਨਿਕਲੀ। ਕਹਿੰਦੇ ਕਿਸ਼ਤੀ ਨੂੰ ਉਹਨਾਂ ਨੂੰ ਜ਼ਬਾਨੀ ਯਾਦ ਹੁੰਦੀ ਸੀ ਅਤੇ ਜਿਹੜੀ ਦਿੱਲੀ ਗੇਟ ਦੀ ਮਸਜਿਦ ਨਾ ਉੱਥੇ ਦਰਸ ਦਿੰਦੇ ਸਨ ਕਿਸ਼ਤੀ ਨੂਰ ਦਾ। ਬਾਅਦ ਕਰ ਜਦੋਂ ਕਿਤੇ ਸੁਹਾਬੀ ਦੀ ਹੁੰਦੀ ਨਾ, ਉਹ ਕਹਿੰਦੇ ਸੋਬਤ ਸਵਾਲਿਹੀਨ, ਫਿਰ ਉਹਨਾਂ ਨੂੰ ਜਦੋਂ ਬੁਲਾਉਂਦੇ ਸਨ ਅਤੇ ਫਿਰ ਤਕਰੀਰ ਕਰਦੇ ਸਨ ਅਤੇ ਕਹਿੰਦੇ ਬੜੇ ਵਜਦ ਵਿੱਚ ਆ ਕੇ ਨਾ ਲੋਕ ਵੀ ਫਿਰ ਉਹ ਕਹਿੰਦੇ ਉਸ ਟਾਈਮ ਬੜੇ ਉਹ ਨਾ ਸੁਣਦੇ ਸਨ, ਬੜੇ ਵਜਦ 'ਚ ਆ ਕੇ ਉਹ ਤਕਰੀਰ ਕਰਦੇ ਸਨ, ਉਹ ਪੜ੍ਹਦੇ ਸਨ ਕਿਸ਼ਤੀ ਨੂੰ। ਫਿਰ ਉਸ ਤੋਂ ਬਾਅਦ ਅੱਬਾ ਜੀ ਮੁਰੀਦ ਕੇ ਇਜਰਤ ਕਰ ਆਏ ਸੀ ਵੱਡੇ ਉਹਨਾਂ ਦੇ ਭਾਈ ਜਿਹੜੇ ਮੁਹੰਮਦ ਅਕਰਮ ਸਾਹਿਬ, ਉੱਥੇ ਦੇ ਇੱਕ ਨਵਾਜ਼ ਮੈਂ ਨਹੀਂ ਦੇਖੇ ਮਰਕਬ, ਉਹ ਲਾਹੌਰ ਦੀ ਬੜੀ ਮਸ਼ਹੂਰ ਜਗ੍ਹਾ ਹੈ ਨੌਲੱਖਾ, ਜਿਹਨੂੰ ਲੰਡਾ ਬੋਲਦੇ ਨੇ। ਉੱਥੇ ਉਹ ਡੈਂਟਿਸਟ ਮੈਂ ਇੱਕ ਵਾਰੀ ਗਿਆ ਛੋਟੇ ਹੁੰਦੇ, ਉਹ ਨਹੀਂ ਰਹੇ ਅਹਿਮਦੀ। ਫਿਰ ਮੇਰੇ ਜਿਹੜੇ ਤਾਇਆ ਜਾਤ ਸਨ ਉਹ ਵੀ ਅਹਿਮਦੀ ਨਹੀਂ ਰਹੇ ਅਤੇ ਅੱਬਾ ਜੀ ਅਹਿਮਦੀ ਸਨ। ਮੁਰੀਦ ਕੇ ਜਦੋਂ ਆਏ, ਮੁਰੀਦ ਕੇ ਆ ਕੇ ਉਹਨਾਂ ਦੀ ਕੋਈ ਮਾਲੀ ਪੋਜੀਸ਼ਨ ਬਹੁਤ ਕਮਜ਼ੋਰ ਹੋ ਗਈ ਸੀ, ਇਹ ਅਮੀ ਵੀ ਦੱਸਦੇ ਸਨ। ਅਤੇ ਲੇਕਿਨ ਉਹਨਾਂ ਨੇ ਕੋਈ ਚੌਕੀਦਾਰੀ ਕੀਤੀ, ਕੋਈ ਮਜ਼ਦੂਰੀ ਵਗੈਰਾ ਕੀਤੀ, ਜੋ ਉਸ ਟਾਈਮ ਅੱਛਾ ਲੱਗਾ ਬੱਚਿਆਂ ਨੂੰ। ਲੇਕਿਨ ਅੱਲਾ ਜੇ ਬਿਹਤਰ ਜਾਣਦਾ ਕੀ ਬਣਿਆ, ਅੱਲਾ ਬਿਹਤਰ ਜਾਣਦਾ। ਪਰ ਕਿ ਉਹ ਥੋੜ੍ਹਾ ਪਿੱਛੇ ਹੋਏ, ਇਹ ਉਹਨਾਂ ਨੂੰ ਪਤਾ, ਰੱਬ ਨੂੰ ਪਤਾ। ਲੇਕਿਨ ਉਸ ਤੋਂ ਬਾਅਦ ਕਾਫੀ ਗੈਪ ਆ ਗਿਆ। ਲੇਕਿਨ ਬਚਪਨ ਤੋਂ ਹੀ ਪਤਾ ਸੀ ਕਿ ਅਸੀਂ ਅਹਿਮਦੀ। ਮੈਨੂੰ ਯਾਦ ਹੈ ਮੈਂ ਇੱਕ ਦਫਾ ਜੁਮਾ ਪੜ੍ਹਨ ਗਿਆ ਸੀ ਮਸਜਿਦ ਦੇ ਅੰਦਰ, ਅਤੇ ਜੁਮਾ ਪੜ੍ਹ ਕੇ ਜਦੋਂ ਬਾਹਰ ਨਿਕਲਿਆ ਅਤੇ ਥੋੜ੍ਹੀ ਦੂਰ ਤੱਕ ਗਿਆ ਗਲੀ ਦੀ ਨੁੱਕਰ 'ਤੇ, ਅਤੇ ਉੱਥੇ ਮੈਨੂੰ ਸ਼ੇਖ ਤਨਵੀਰ ਸਾਹਿਬ ਮਿਲੇ। ਸ਼ੇਖ ਤਨਵੀਰ ਸਾਹਿਬ ਮੇਰੇ ਕਲਾਸ ਫੈਲੋ ਸਨ ਅਤੇ ਸਾਡੇ ਨੇਬਰ ਵੀ ਰਹੇ ਨੇ। ਜਦੋਂ ਤੁਸੀਂ ਸਾਨੂੰ ਯਾਦ ਹੋਣਾ ਕਿ ਸ਼ੇਖ ਸਾਈ ਸਾਹਿਬ ਦਾ ਕਾਰਖਾਨਾ ਹੁੰਦਾ ਸੀ ਸਾਬਣ ਦਾ, ਯਾਦ ਹੈ ਨਾ, ਉਸ ਗਲੀ ਸਾਡਾ ਘਰ ਸੀ ਬਿਲਕੁਲ ਸਾਹਮਣੇ, ਛੋਟਾ ਜਿਹਾ ਘਰ ਹੁੰਦਾ ਸੀ ਇੱਕ ਕਮਰੇ ਦਾ। ਅਤੇ ਉਹ ਮੈਨੂੰ ਮੈਂ ਉਸ ਮਕਾਨ ਦਾ ਵੀ ਤੁਹਾਨੂੰ ਇੱਕ ਵਾਕਿਆ ਵੀ ਦੱਸਾ ਦਿਆ। ਉਸ ਮਕਾਨ ਦਾ ਵਾਕਿਆ ਵੀ ਇੱਕ ਕਮਰੇ ਦੂਸਰੇ ਕਮਰੇ ਜਾਂਦੇ ਨਾ, ਉਸ ਕਮਰੇ 'ਤੇ ਨਾ ਬਣੀ ਸੀ ਲੈਟਰੀਨ, ਪੁਰਾਣੀ ਲੈਟਰੀਨ ਨਾ ਛੱਤ 'ਤੇ ਬਣਦੀਆਂ ਸਨ। ਉਸ ਲੈਟਰੀਨ ਜਾਣ ਵਾਸਤੇ ਨਾ ਜਿਤਨਾ ਸਾਈਜ਼ ਦਾ ਤਕਰੀਬਨ ਜ਼ਿਆਦਾ 1.5 ਫੁੱਟ ਇੱਕ ਸਲੈਬ ਜੀ ਬਣੀ ਸੀ, ਉਹ ਤੋਂ ਗੁਜ਼ਰ ਕੇ ਜਾਣਾ ਪੈਂਦਾ ਸੀ, ਨੀਚੇ ਸੇਮ ਸੀ। ਮੈਂ ਉਹ ਤੋਂ ਗਿਰ ਗਿਆ ਬਚਪਨ ਤੋਂ, ਮੈਨੂੰ ਯਾਦ ਹੈ ਮੈਂ ਗਿਰ ਗਿਆ ਜ਼ਮੀਨ 'ਤੇ ਨੀਚੇ ਸੇਮ 'ਚ। ਮੈਨੂੰ ਇਹ ਯਾਦ ਹੈ ਕਿ ਮੈਂ ਜਦੋਂ ਗਿਰਿਆ ਤਾਂ ਮੈਂ ਇੱਕ ਹੱਥ 'ਤੇ ਬੈਠਾ ਸੀ, ਮੈਨੂੰ ਅੱਜ ਤੱਕ ਯਾਦ ਹੈ, ਹੱਥ 'ਤੇ ਬੈਠਾ ਸੀ। ਮੈਨੂੰ ਇੱਕ ਹੱਥ ਨੇ ਐਸਾ ਬਿਠਾਇਆ ਸੀ ਅਤੇ ਨੀਚੇ ਰੱਖਿਆ ਸੀ। ਮੈਂ ਹਾਲੇ ਵੀ ਉਹ ਸੋਚਣਾ ਕਿ ਹਾਂਜੀ ਫਸਟ ਬਿਲਡਿੰਗ ਪਹਿਲੀ ਮੰਜ਼ਿਲ 'ਤੇ ਮੈਂ ਗਿਰਿਆ, ਫਸਟ ਫਲੋਰ 'ਤੇ ਗਿਰਿਆ ਨਾ ਨੀਚੇ ਸੇਮ 'ਚ, ਅਤੇ ਉਹ ਹੱਥ ਵੀ ਮੈਂ ਨੀਚੇ ਆਇਆ। ਅਤੇ ਉਹ ਜਿਹੜੀ ਹੈਲਪ ਸੀ ਨਾ, ਮੈਨੂੰ ਰਾਵਲਪਿੰਡੀ ਵੀ ਇੱਕ ਦਫਾ ਮਿਲੀ ਸੀ। ਉਹ ਵਾਲੀ ਹੈਲਪ ਜਿਹੜੀ ਨਾ, ਉਹੀ ਨਜ਼ਾਰਾ ਮੈਨੂੰ ਇੱਕ ਦਫਾ ਰਾਵਲਪਿੰਡੀ ਉਹ ਮਦਦ ਮਿਲੀ। ਮੈਂ ਮਸਜਿਦ ਜਾ ਰਿਹਾ ਸੀ ਅਤੇ ਮੈਨੂੰ ਆਵਾਜ਼ ਆਈ ਸੀ ਕਿ ਪਿੱਛੇ ਮੁੜ ਕੇ ਦੇਖੋ। ਮੈਂ ਪਿੱਛੇ ਮੁੜ ਕੇ ਦੇਖਿਆ ਅਤੇ ਇੱਕ ਬੰਦਾ ਮੇਰੀ ਰਾਖੀ ਕਰ ਰਿਹਾ ਸੀ, ਮੈਨੂੰ ਦੇਖ ਕੇ ਉਹ ਵੀ ਰੁਕ ਗਿਆ, ਐਸਾ ਕਰਨ ਲੱਗ ਪਿਆ। ਫਿਰ ਮੇਰੇ ਦਿਲ 'ਚ ਵੀ ਇਹ ਬਾਤ ਡਾਲਿਆ ਗਿਆ ਸੀ ਕਿ ਤੇਰਾ ਪਿੱਛਾ ਕਰ ਰਿਹਾ। ਫਿਰ ਮੈਨੂੰ ਪਤਾ ਲੱਗਾ ਨਹੀਂ, ਮੇਰੀ ਰਾਖੀ ਕਿੱਥੋਂ ਹੋ ਰਹੀ ਸੀ। ਫਿਰ ਮਸਜਿਦ ਬਿਲਕੁਲ ਸਾਡੀ ਆਪਣੀ ਮਸਜਿਦ ਜਿਹੜੀ ਨਾ, ਮਸਜਿਦ ਨੂਰ ਰਾਵਲਪਿੰਡੀ, ਮੈਂ ਅਸਲ 'ਚ ਜਦੋਂ ਰਾਵਲਪਿੰਡੀ ਮਾਈਗ੍ਰੇਟ ਕੀਤੇ ਨਾ, ਉਦੋਂ ਮੈਂ ਮਸਜਿਦ ਜਾਂਦਾ ਨਹੀਂ ਸੀ, ਆਪਣੀ ਮਸਜਿਦ ਜਾਂਦਾ था। ਫਿਰ ਲੋਕਾਂ ਨੇ ਫਿਰ ਕਿਹਾ ਕਿ ਬੰਦਾ ਕੌਣ ਹੈ, ਜ਼ਾਹਿਰ ਤਜੱਸਸ ਹੁੰਦਾ ਕਿ ਕੌਣ ਰਹਿ ਰਿਹਾ ਸਾਡੇ ਇੱਥੇ, ਕੋਲ ਥਾਣਾ ਵੀ ਸੀ ਉੱਥੇ, ਹੈਮਿਲਟਨ ਰੋਡ ਹੈ ਬੜਾ ਮਸ਼ਹੂਰ, ਹੈਮਿਲਟਨ ਰੋਡ ਦਾ ਥਾਣਾ ਵੀ। खुदा ताला की मदद रही नाल। बल्कि किसा कुछ मुख्तसर है कि वापस आने दोबारा कि शेख तनवीर साहब मैंने मिले मस्जिद के करीब, जुमा पढ़ के मैं आया। शेख साहब कहते अज किधर शहजाद साहब, मैंने याद है मेरा गुट पकड़े उन्होंने दाएं बाजू या बाएं बाजू पकड़िया, मैं याद नहीं आ रहा।
ਮੈਂ ਕਿਹਾ ਅੱਜ ਕਿੱਧਰ ਤੇ ਮੇਰੇ ਉਦੋਂ ਮੂੰਹ ਚੋਂ ਨਿਕਲੀ ਗੱਲ, ਮੈਂ ਕਿਹਾ ਮੈਂ ਬੈਤ ਕਰਨੀ। ਕਹਿੰਦੇ ਹੈ ਕੀ ਕਰਨੀ? ਮੈਂ ਕਿਹਾ ਬੈਤ ਕਰਨੀ। ਉਹ ਮੈਨੂੰ ਇਹ ਵੀ ਨਹੀਂ ਪਤਾ ਸੀ ਬੈਤ ਕੀ ਹੁੰਦੀ। ਕਹਿੰਦੇ ਚਲਾ। ਅੱਛਾ ਮੈਂ ਬਿਲਕੁਲ ਐਸਾ ਮੈਨੂੰ ਯਾਦ ਹੈ ਜਿਸ ਤਰ੍ਹਾਂ ਬੰਦਾ ਰੱਸੀ ਪਕੜ ਕੇ ਬੱਕਰੀ ਨਹੀਂ ਖਿੱਚਦਾ ਐਸਾ ਉਹਨੇ ਮੈਨੂੰ ਖਿੱਚਿਆ, ਮੈਂ ਆਲੇ ਨਾਲ ਮੈਂ ਕਿਹਾ ਅੱਛਾ, ਮੈਂ ਨਾਲ ਚਲਾ ਗਿਆ। ਅੱਗੇ ਦੇ ਆਲਾ ਦਫਰ ਸਾਹਿਬ ਖੜੇ ਸਨ, ਜਿੱਥੇ ਟੂਟੀਆਂ ਯਾਦ ਹੈ ਬੜੀ ਦੀਆਂ ਲੱਗੀ ਹੁੰਦੀਆਂ, ਉਹ ਉੱਥੇ ਕਰੀਬ ਨਾਲ ਸੇਮ ਜਿੱਥੇ ਜੁੱਤੀਆਂ ਲਾਈਆਂ ਬਿਲਕੁਲ ਉੱਥੇ ਖੜੇ ਸਨ ਸੈਂਟਰ 'ਚ। ਜਿਸ ਤਰ੍ਹਾਂ ਮੈਂ ਅੰਦਾਜ਼ਾ ਹੁੰਦਾ ਸੀ ਗੱਲ ਕਰਨ ਦਾ। ਹਾਂਜੀ ਉਹਨਾਂ ਕਹਿੰਦੇ ਇਹ ਸ਼ਹਜ਼ਾਦ ਸਾਹਿਬ ਨੇ, ਕਹਿੰਦੇ ਮੈਂ ਬੈਤ ਕਰਨੀ ਹੈ। ਮੇਰਾ ਵੀ ਸਾਹਿਬ ਮੈਨੂੰ ਹਲਦਾ ਕਿ ਅਲਫਾਜ਼ ਯਾਦ ਨਹੀਂ, ਕਹਿੰਦੇ ਬਾਹਰ ਜਾਣਾ ਹੀ ਅੱਛਾ ਉਹ ਮੈਨੂੰ ਵੀ ਨਹੀਂ ਪਤਾ ਬਾਹਰ ਜਾਣੀ। ਮੈਂ ਸੋਚੀ ਮੈਂ ਕਿਹਾ ਕਹਿੰਦੇ ਅੱਜ ਮੇਰੇ ਚਿਹਰੇ ਵੱਲ ਵੇਖਿਆ ਨਾ ਐਸਾ ਕਰਕੇ ਵੇਖਿਆ ਨੇ। ਕਹਿੰਦੇ ਨੇ ਅੱਛਾ ਐਸਾ ਕਰ, ਸਾਡਾ ਨਾ ਜਲਸਾ ਸ਼ੁਰੂ ਹੋ ਰਿਹਾ ਅੱਜ ਇੰਗਲੈਂਡ ਦਾ, ਅਗਸਤ ਸੀ। ਮੈਂ ਕਿਹਾ 25 ਅਗਸਤ ਸੀ 1995 ਅਤੇ ਤੂੰ ਨਾ ਆਈ, ਇਹ ਟਾਈਮ ਹੈ ਗੱਲ ਕੋਈ 7:45 ਦਾ ਹੁੰਦਾ ਜੋ ਟਾਈਮ ਸੀ। ਮੈਂ ਆਇਆ, ਮੈਂ ਕਿਹਾ ਮੈਂ ਆਇਆ ਅਤੇ ਉਦੋਂ ਸਾਡੇ ਘਰ ਦਾ ਇੱਕ ਮਾਹੌਲ ਸੀ ਕਿ ਸਾਨੂੰ ਘਰੋਂ ਬਾਹਰ ਮਗਰਬ ਤੋਂ ਬਾਹਰ ਨਿਕਲ ਨਹੀਂ ਦਿੰਦੇ, ਜ਼ਿਆਦਾ ਸ਼ਾਹ ਪੜ੍ਹ ਕੇ ਅਤੇ ਘਰ ਉਸ ਤੋਂ ਬਾਅਦ ਨਹੀਂ ਸੀ ਇਜਾਜ਼ਤ। ਉਹ ਮੈਂ ਜਨਾਬ ਉੱਥੇ ਗਿਆ, ਜਲਸਾ ਸੁਣਿਆ। ਉਹ ਜਲਸਾ ਹੁੰਦਾ ਸੀ ਖਤਮ ਜਾ ਕੇ ਕਿਤੇ 10 ਵਜੇ। ਹਾਂਜੀ ਉਹ ਅੱਬਾ ਜੀ ਨੇ ਮੈਨੂੰ ਜਦੋਂ ਮੈਂ ਘਰ ਗਿਆ ਅਤੇ ਮੈਨੂੰ ਇੰਝ ਵੇਖਿਆ ਜਿਵੇਂ ਉਹ ਇੱਕ ਸ਼ੇਰ ਨਹੀਂ ਦੇਖਦਾ ਮਾੜੀ ਜਿਹੀ ਬੱਕਰੀ ਨੂੰ, ਹੈਂ ਹਾਂ ਗੁੱਸੇ ਨਾਲ ਨਹੀਂ ਖਾਣ ਦੀ ਨੀਅਤ ਨਾਲ ਮੈਂ ਕਿਹਾ ਯਾਰ ਅੱਲਾ ਖੈਰ ਕਰੀ। ਲਓ ਜੀ ਇੱਕ ਦਿਨ ਹੁਣ ਦੂਸਰਾ ਦਿਨ ਸੀ, ਦੂਸਰੇ ਦਿਨ ਦੀ ਵੀ ਆਮਦ ਸੀ। ਦੂਸਰੇ ਦਿਨ ਮੈਂ ਗਿਆ, ਉਹ ਤੇ ਮੇਰੇ ਬਾਰੇ ਬੜੇ ਅਜੀਬ ਖਿਆਲਾਤ ਉਹਨਾਂ ਦਿਨਾਂ 'ਚ ਫਿਰ ਕਿਹਾ ਕਿ ਤੀਸਰੇ ਦਿਨ ਉਹਨਾਂ ਮੈਨੂੰ ਪਕੜ ਲਿਆ। ਕਿੱਧਰ ਸੀ? ਮੈਂ ਕਿਹਾ ਜੀ ਮੈਂ ਜਲਸਾ ਸੁਣਨ ਗਿਆ ਸੀ। ਕਿਹੜਾ ਜਲਸਾ ਸੀ? ਮੈਂ ਕਿਹਾ ਮੈਂ ਮਸਜਿਦ। ਕਿਹੜੀ ਮਸਜਿਦ? ਮੈਂ ਕਿਹਾ ਮਸਜਿਦ ਅਹਿਮਦੀਆ। ਜਦੋਂ ਮੈਂ ਗੱਲ ਕੀਤੀ ਨਾ ਅੱਬਾ ਜੀ ਚੁੱਪ ਕਰ ਗਏ, ਕੁਛ ਨਹੀਂ ਮੈਨੂੰ ਕਿਹਾ ਨਾਲ। ਉਹਨਾਂ ਗੱਲਾਂ ਵੀ ਇੱਕ ਮੁੰਡਾ ਮੇਰੇ ਤੋਂ ਗਿਆ ਜੀ ਮਤਲਬ ਇੱਕ ਬੱਚਾ ਗਿਆ ਮੇਰੇ ਤੋਂ। ਅੱਬਾ ਜੀ ਨੇ ਮੇਰੇ ਕੋਈ ਮੁਖਾਲਫਤ ਨਹੀਂ ਕੀਤੀ। ਉਹਨਾਂ ਦੇ ਬਾਰੇ ਬੜਿਆਂ ਨੇ ਕਿਹਾ ਕਿ ਉਹ ਸ਼ਾਇਦ ਮੁਰਤਦ ਹੋ ਗਏ ਸਨ, ਲੇਕਿਨ ਮੈਂ ਆਪਣੇ ਬਾਪ ਦੇ ਬਾਰੇ ਗੱਲ ਕਰਨਾ ਕਿ ਮੁਰਤਦ ਨਹੀਂ ਸਨ ਕਿਉਂਕਿ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਅਗਰ ਉਹ ਮੁਰਤਦ ਹੁੰਦੇ ਨਾ ਅਤੇ ਹਜ਼ਰਤ ਖਲੀਫਾ ਮਸੀਹ ਰਾਬੇ ਰਹਿਮਹੁੱਲਾਹ ਤਾਲਾ ਜਦੋਂ ਕਾਦੀਆਨ ਤਸ਼ਰੀਫ ਲੈ ਕੇ ਜਲਸੇ ਵਾਸਤੇ, ਉਹ ਗਾਲਬਨ 82 ਸੀ 91 ਕੇ ਆਖਰੀ ਕਿਹੜਾ ਸੀ ਬਸ ਉਹੀ ਮੈਨੂੰ ਯਾਦ ਹੈ। ਡੀਡੀ ਦੂਰਦਰਸ਼ਨ TV ਹੁੰਦਾ ਸੀ, ਉਹ 'ਤੇ ਉਹ ਖਬਰ ਆਈ ਕਿ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਦੇ ਖਲੀਫਾ ਉਹਨਾਂ ਦਾ ਜਲਸਾ ਸ਼ੁਰੂ ਹੈ ਕਾਦੀਆਨ, ਪੰਜਾਬੀ 'ਚ ਦੂਰਦਰਸ਼ਨ ਦਾ। ਅਤੇ ਅੱਬਾ ਜੀ ਮੈਨੂੰ ਯਾਦ ਹੈ ਮਗਰਬ ਦਾ ਟਾਈਮ ਸੀ ਅਤੇ ਉਹ ਕਸ਼ਮੀਰੀ ਸੀ ਨਾ, ਕਸ਼ਮੀਰੀ ਖਾਣਾ ਖਾਂਦੇ ਨੇ ਚਾਵਲ, ਉਹ ਐਸਾ ਗੋਲਾ ਬਣਾ ਕੇ ਨਾ ਚਾਵਲਾਂ ਦਾ ਉਹ ਖਾ ਰਹੇ ਹੁੰਦੇ ਨੇ। ਉਹ ਐਸਾ ਗੋਲਾ ਬਣਾ ਕੇ ਨਾ ਉਬਲੇ ਚਾਵਲ ਖਾਂਦੇ ਹਾਂ ਅਸੀਂ ਉਹ ਨਹੀਂ ਖਾਂਦੇ ਸਾਂ ਪੁਲਾਓ ਵਗੈਰਾ, ਸਾਨੂੰ ਅਸੀਂ ਲਾਈਕ ਕਰਦੇ ਨਹੀਂ ਸੀ। ਅਸੀਂ ਗੋਲਾ ਬਣਾ ਕੇ ਐਸਾ ਕਰਕੇ ਐਸਾ ਕੀਤਾ ਨਾ, ਜਦੋਂ ਹਜ਼ੂਰ ਨੂੰ ਵੇਖਿਆ ਨਾ ਅਤੇ ਰੱਬ ਦੀ ਕਸਮੇ ਉਹਨਾਂ ਨੇ ਐਸਾ ਚੀਖਾਂ ਮਾਰੀਆਂ ਨੇ, ਇਤਨੀਆਂ ਚੀਖਾਂ ਮਾਰੀਆਂ ਨੇ, ਰੋਏ ਨੇ, ਇਤਨਾ 'ਚ ਰੋਏ ਨੇ। ਮੈਂ ਫਿਰ ਕਿਹਾ ਨਹੀਂ ਯਾਰ ਇਹ ਮੁਰਤਦ ਨਹੀਂ ਨੇ, ਕਿਉਂਕਿ ਹਾਂਜੀ ਮੁਰਤਦ ਨਹੀਂ ਸਨ। ਅਗਰ ਮੁਰਤਦ ਹੁੰਦੇ ਤਾਂ ਮੈਨੂੰ ਉਹ ਪਿੱਛੇ ਖਿੱਚਦੇ, ਮੈਨੂੰ ਕਦੀ ਨਾ ਭੇਜਦੇ। ਮੁਰਤਦ ਨਹੀਂ ਸਨ। ਹਾਂ ਉਹਨਾਂ ਦੇ ਦਿਲ ਵਿੱਚ ਬੜਾ ਇਸ਼ਕ ਸੀ। ਅਗਰ ਇਸ਼ਕ ਨਾ ਹੁੰਦਾ ਤਾਂ ਮੈਨੂੰ ਕਦੀ ਨਾ ਦੱਸਦੇ ਜਮਾਤ ਦੇ ਬਾਰੇ। ਅਗਰ ਇਸ਼ਕ ਨਾ ਹੁੰਦਾ ਤਾਂ ਮੈਂ ਕਦੀ ਇੱਥੇ ਨਾ ਆਉਂਦਾ। ਅੱਲਾਹ ਤਾਲਾ ਮੈਨੂੰ ਇੱਥੇ ਲਿਆ ਕੇ ਕਦੀ ਮਦਦ ਵੀ ਨਾ ਆਉਂਦੀ ਰੱਬ ਦੀ। ਅਤੇ ਜਿਹੜੇ ਸਾਡੇ 'ਚੋਂ ਨਹੀਂ ਰਹੇ ਉਹ ਅੱਲਾ ਬਿਹਤਰ ਜਾਣਦਾ ਉਹਨਾਂ ਦਿਲਾਂ 'ਚ ਕੀ ਸੀ। ਬਰਕਤ ਕਿੱਸਾ ਮੁਖਤਸਰ ਉਹਨਾਂ ਦੀ ਜਦੋਂ ਵਫਾਤ ਹੋਈ, ਉਹਨਾਂ ਨੇ ਉਸ ਤੋਂ ਪਹਿਲੇ ਮੈਨੂੰ ਕਹਿ ਛੱਡਿਆ ਸੀ ਕਿ ਮੈਨੂੰ ਉੱਥੇ ਨਾ ਦਫਨਾਉਣਾ। ਮਤਲਬ ਮੈਨੂੰ ਵੀ ਯਾਦ ਹੈ ਮੈਂ ਜਦੋਂ MD ਕਬੂਲ ਕੀਤੀ, ਆਉਣਾ ਜੀ ਸਾਰਾ ਫਿਰ ਰਵਾਬਤ ਕਾਇਮ ਹੋਏ, ਰਬੀਆਨ ਆਉਣੇ ਸ਼ੁਰੂ ਹੋਏ, ਫਿਰ ਤੁਸੀਂ ਲੋਕ ਯਾਰ ਦੋਸਤ ਬਣੇ, ਫਿਰ ਲੱਜਣਾ ਆਉਣੀ ਸ਼ੁਰੂ ਹੋਈ, ਘਰ ਮਾਹੌਲ ਬਦਲ ਗਿਆ। ਅਤੇ ਫਿਰ ਮੈਨੂੰ ਯਾਦ ਹੈ ਅੱਬਾ ਜੀ ਫਿਰ ਚੰਦੇ 'ਤੇ ਪੈਸੇ ਰੱਖਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਮੈਂ ਕਿਹਾ ਅੱਲਾ ਕਰੇ ਕੋਈ ਮੁਰੱਬੀ ਆਉਣ ਅਤੇ ਇਹਨਾਂ ਨਾਲ ਰਾਬਤਾ ਕਰਨ, ਇਹਨਾਂ ਦੇ ਜਿਹੜੇ ਦਿਲ ਵਿੱਚ ਖਦਸ਼ਾਤ ਨੇ, ਕੋਈ ਸਵਾਲਾਤ ਹੁੰਦੇ, ਕੋਈ ਇਤਰਾਜ਼ਾਤ ਹੁੰਦੇ ਨੇ, ਉਹ ਖਤਮ ਹੋਣ। ਉਹ ਕੀ ਸਾਨੂੰ ਮੈਨੂੰ ਨਹੀਂ ਪਤਾ, ਹਾਂ ਪਤਾ ਹੈ ਲੇਕਿਨ ਮੈਂ ਇੱਥੇ ਦੱਸਣਾ ਨਹੀਂ ਚਾਹੁੰਦਾ। ਉਹ ਉਹਨੂੰ ਮਾਲੀ ਮਦਦ ਉਹਨਾਂ ਨੇ ਮੰਗੀ ਸੀ, ਉਹਨਾਂ ਨੂੰ ਸ਼ਾਇਦ ਮਿਲੀ ਨਹੀਂ ਉਸ ਵਕਤ ਜਿਸ ਨੂੰ ਜ਼ਰੂਰਤ ਸੀ। ਬਰਕੈਫ ਉਹ ਫਿਰ ਉਹ ਦਿਲ 'ਚ ਉਹਨਾਂ ਨੇ ਪਈ, ਉਹਨਾਂ ਨੇ ਕਿਹਾ ਨਹੀਂ। ਬਰਕੈਫ ਮੈਂ ਪੁੱਛਿਆ ਸੀ ਉਹਨਾਂ ਨੂੰ ਪੁੱਛਿਆ ਸੀ ਜ਼ਰੂਰ, ਉਹਨਾਂ ਨੇ ਮੈਨੂੰ ਗੱਲ ਦੱਸੀ ਵੀ ਸੀ। ਫਿਰ ਉਹ ਅੱਲਾਹ ਦਾ ਤਾਂ ਉਹਨਾਂ ਦਾ ਮਾਮਲਾ ਸੀ। ਬਲਕਿ ਮੈਂ ਇਸ ਤਰ੍ਹਾਂ ਕਹਿਣਾ ਉਹਨਾਂ ਦੇ ਬਾਰੇ ਕਿ ਅੱਲਾਹ ਤਾਲਾ ਉਹਨਾਂ ਦੀ ਮੁਖਰਫ ਫਰਮਾਏ ਅਤੇ ਉਹ ਮੁਰਤਦ ਨਹੀਂ ਸਨ। ਕਿਉਂ? ਮੈਨੂੰ ਇੱਕ ਹੋਰ ਗੱਲ ਵੀ ਯਾਦ ਹੈ, ਇੱਕ ਕਦੀਰ ਸਾਹਿਬ ਹੁੰਦੇ ਸਨ,
ਤੁਹਾਨੂੰ ਯਾਦ ਹੈ ਮਤੀਨ ਸੁਨਿਆਰੇ ਹੁੰਦੇ ਸਨ ਤੁਹਾਡੇ ਵਾਲਿਦ ਮਿਰਜ਼ਾ ਅਬਦੁਲ ਕਰੀਮ ਸਾਹਿਬ ਉਹਨਾਂ ਕੋਲ ਬਹੁਤ ਜਾਂਦੇ ਸਨ। ਉਹਨਾਂ ਦੇ ਭਾਈ ਸਨ ਕਦੀਰ ਸਾਹਿਬ, ਉਹ ਪੜ੍ਹੇ ਲਿਖੇ ਸਨ ਕੈਮਿਸਟਰੀ 'ਚ, ਤੁਹਾਡੇ ਵਾਂਗੂ ਤਜਰਬਾਤ ਬੜੇ ਕਰਦੇ ਸਨ। ਮੈਂ ਉਹਨਾਂ ਕੋਲ ਟਿਊਸ਼ਨ ਪੜ੍ਹਨਾ ਸੀ, ਉਹਨਾਂ ਨੇ ਵੀ ਐਮਡੀ ਕਬੂਲ ਕੀਤੀ ਸੀ। ਉਹ ਕਿਸ ਤਰ੍ਹਾਂ ਕੀਤੀ, ਉਹ ਕਿਸੇ ਗੁਜਰਾਲੇ ਕਿਸੇ ਬੈਂਕ 'ਚ ਜਾਂ ਕਿਸੇ ਆਫਿਸ 'ਚ ਕੰਮ ਕਰ ਰਿਹਾ ਕੰਪਿਊਟਰ ਦਾ, ਉਹ ਬੜੇ ਪੜ੍ਹੇ ਲਿਖੇ ਇਨਸਾਨ ਸਨ। ਉਹ ਕਿਸੇ ਬਾਬਾ ਜੀ ਕੋਲ ਗਏ, ਕਿਸੇ ਬਾਬਾ ਜੀ ਕੋਲ ਗਏ ਕਿ ਮੈਨੂੰ ਕੁਝ ਦਿਓ, ਜਿਸ ਤਰ੍ਹਾਂ ਜਾਂਦੇ ਨੇ ਪੀਰਾਂ ਕੋਲ। ਉਹਨੇ ਕਿਹਾ ਮੇਰੇ ਕੋਲ ਕੀ ਹੈ, ਉਹਦੇ ਕੋਲ ਜਾ। ਕਿਹਦੇ ਕਿਹਦੇ ਕੋਲ, ਉਹ ਫਲਾਣੇ ਬੰਦੇ ਕੋਲ ਮੁਰੀਦ ਕੇ ਉਹਦੇ ਕੋਲ ਹੀ, ਅੱਬਾ ਜੀ ਕੋਲ, ਮੇਰੇ ਅੱਬਾ ਜੀ ਕੋਲ, ਜਿਹੜਾ ਨੰਗੀ ਪੈਰੀ ਫਿਰਦਾ। ਅੱਬਾ ਜੀ ਨੇ ਜੁੱਤੀ 'ਚ ਨਹੀਂ ਸੀ ਪਹਿਨਦੇ, ਨੰਗੀ ਪੈਰੀ ਰਹੇ ਸਨ। ਅਤੇ ਉਹ ਫਿਰ ਅੱਬਾ ਜੀ ਕੋ ਆਏ, ਉਹ ਕਹਿੰਦੇ ਜੀ ਮੈਨੂੰ ਤਾਂ ਉਹਨਾਂ ਨੇ ਤੁਹਾਡੇ ਕੋਲ ਭੇਜਿਆ। ਕਹਿੰਦੇ ਮੇਰੇ ਜਾਣਦੇ ਨਹੀਂ। ਫਿਰ ਅੱਬਾ ਜੀ ਨੇ ਦੱਸਿਆ ਜੀ ਅਗਰ ਕੁਝ ਪਾਣਾ ਹੀ ਤੇ ਜਮਾਤ 'ਚ ਰਹੀ। ਅਗਰ ਉਹ ਮੁਰਤਦ ਹੁੰਦੇ ਕਦੀ ਉਹਨਾਂ ਨੂੰ ਕਹਿੰਦੇ ਕਿ ਆਮਦੀਅਤ ਹੀ ਸਭ ਕੁਝ ਸੱਚੀ ਚੀਜ਼ ਹੈ। ਮੈਨੂੰ ਨਾ ਪਤਾ ਕਿ ਕਈ ਲੋਕਾਂ ਨੇ ਮੈਨੂੰ ਵੀ ਕਿਹਾ ਕਿ ਤੂੰ ਉਹਦਾ ਪੁੱਤਰ ਹੈ, ਉਹ ਕਾਫਰ ਦਾ। ਅਤੇ ਮੇਰਾ ਮਤਲਬ ਹੈ ਕਿ ਉਹ ਲੋਕਾਂ ਨੂੰ ਪਤਾ ਸੀ ਕਿ ਉਹ ਬੰਦਾ ਹਲੇ ਵੀ ਅਹਿਮਦੀ ਹੈ। ਕੀ ਵਜ੍ਹਾ ਸੀ ਅੱਲਾ ਵੀ ਉੱਥੇ ਜਾਣਾ ਬਰਕਫ। ਜਦੋਂ ਉਹਨਾਂ ਦੀ ਵਫਾਤ ਹੋਈ ਉਸ ਤੋਂ ਬਾਅਦ ਫਿਰ ਮੇਰੇ ਤੋਂ ਵੱਡੇ ਭਾਈ ਜਿਹੜੇ ਨੇ ਮੁਹੰਮਦ ਲਿਆਸ ਸਾਹਿਬ, ਉਹ ਵੀ ਅਹਿਮਦੀ ਹੋਏ। ਮੇਰੀ ਵਾਲਦਾ ਅਹਿਮਦੀ ਹੋਈ, ਮੇਰੀ ਛੋਟੀ ਮਸ਼ੀਰਾ ਅਹਿਮਦੀ ਹੋਈ। ਸਭ ਤੋਂ ਵੱਡੇ ਭਾਈ ਮੁਹੰਮਦ ਅਕਮਲ ਸਾਹਿਬ ਅਤੇ ਮੇਰੇ ਤੋਂ ਵੱਡੀ ਮਸ਼ੀਰਾ ਨੇ, ਉਹਨਾਂ ਦੀ ਸ਼ਾਦੀ ਹੋ ਗਈ ਸੀ ਲਾਹੌਰ ਖਾਲਾਲ, ਜਦੋਂ ਵੱਟਾ ਸੱਟਾ। ਵੱਡੇ ਭਾਈ ਪਿੰਡੀ ਜਾਣ ਅਤੇ ਮਸ਼ੀਰਾ ਲਾਹੌਰ। ਹਾਂ ਰਾਬਤੇ ਆਏ ਸਨ ਜਦੋਂ ਮੈਂ ਅਹਿਮਦੀ ਕਬੂਲ ਕੀਤੀ ਤਾਂ ਬੜਾ ਇੱਕ ਦਚਕਾ ਜਿਹਾ ਲੱਗਾ ਪੂਰੇ ਸਾਡੀ ਕਸ਼ਮੀਰੀ ਫੈਮਿਲੀ ਨੂੰ ਕਿ ਉਹ ਮੁੰਡਾ ਮਰਜ਼ਈ ਹੋ ਗਿਆ। ਸਮਝਾਇਆ ਵੀ। ਅਤੇ ਮੇਰੀ ਜਿਹੜੀ ਮਸ਼ੀਰਾ ਹੈ ਉਹਨੇ ਵੀ ਮੈਂ ਉਹਨੂੰ ਕਿਤਾਬਾਂ ਦਿੱਤੀਆਂ। ਉਹਦਾ ਦੇਵਰ ਉਹਨੂੰ ਕਤਲ ਕਰਨ ਵਾਸਤੇ ਛੁਰੀ ਲੈ ਕੇ ਪੈ ਗਿਆ ਅਤੇ ਕਿ ਤੂੰ ਖਬਰਦਾਰ ਜੇ ਇਸ ਜਮਾਤ 'ਚ ਮੈਂ ਤੈਨੂੰ ਕਤਲ ਕਰ ਦੇਗਾ। ਪਰ ਉਹ ਫਿਰ ਜਿੰਨੇ ਜੋਗੇ ਅਸੀਂ ਰਾਬਤੇ ਰੱਖੇ ਮਸ਼ੀਰਾ ਨਾਲ। ਲੇਕਿਨ ਲਿਆਸ ਸਾਹਿਬ ਨੇ ਅਮਜਦ ਕਬੂਲ ਕੀਤੀ, ਉਹਨਾਂ ਦੀ ਫੈਮਿਲੀ ਨੇ, ਮਸ਼ੀਰਾ ਨੇ, ਮੇਰੀ ਛੋਟੀ ਨੇ। ਉਹ ਕਿਲ੍ਹਾ ਕਾਲਰ ਵਾਲੇ ਸ਼ਬੀਲ ਲੋਧੀ ਸਾਹਿਬ ਦੇ ਭਾਂਜੇ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ। ਉਹ ਮਾਸ਼ਾਅੱਲਾ ਉੱਥੇ ਸੈਟਲ ਨੇ। ਅਤੇ ਵਾਲਦਾ ਮਾਸ਼ਾਅੱਲਾ ਕਾਇਮ ਰਹੇ, ਉਹਨਾਂ ਦੀ ਤਦਫੀਨ ਇੱਥੇ ਰਵਾ 'ਚ ਹੋਈ। ਉਸ ਤੋਂ ਬਾਅਦ ਫਿਰ ਖਾਕ ਸਾਹਿਬ ਨੂੰ ਦੁਆਵਾਂ ਕਰਨ ਦਾ ਬੜਾ ਸ਼ੌਕ ਪਿਆ। ਦੁਆਵਾਂ ਦਾ ਕਰਨ ਦਾ ਹੈ ਕਿ ਮੈਨੂੰ ਪਤਾ ਨਹੀਂ ਤਾਂ ਦੁਆ ਕਰੀ ਦੀ ਕਿਵੇਂ ਹੈ। ਜਿਸ ਤਰ੍ਹਾਂ ਮੌਲਵੀ ਕਰਦੇ ਸਨ ਮੈਂ ਤਾਂ ਉਸੇ ਕਰਨਾ था। ਜਦੋਂ ਮੈਨੂੰ ਕਦੀ ਇਹਨਾਂ ਨੇ ਕਹਿਣਾ ਰਬੀ ਸਾਹਿਬ ਨੇ ਆਓ ਜੀ ਸ਼ਿਦਾ ਸਾਹਿਬ ਤਲਾਵਤ ਕਰੀਏ, ਤੁਸੀਂ ਪਰੇਸ਼ਾਨ ਤਾਂ ਨਹੀਂ ਹੋ ਰਹੇ ਮੇਰੇ ਸਾਹਿਬ? ਨਹੀਂ ਥੋੜ੍ਹਾ ਨੀਂਦ। ਅਤੇ ਉਹ ਮੈਨੂੰ ਤਨਵੀਰ ਸਾਹਿਬ ਇੱਕ ਦਫਾ ਕਹਿੰਦੇ ਨੇ ਨਮਾਜ਼ ਵਿੱਚ ਮੇਰਾ ਨਾ ਮੈਂ ਰੋਣ ਲੱਗ ਪਿਆ ਨਮਾਜ਼ 'ਚ ਬੜਾ ਉੱਚੀ ਉੱਚੀ। ਤਨਵੀਰ ਮੈਨੂੰ ਬਾਅਦ 'ਚ ਕਹਿੰਦਾ ਯਾਰ ਤੂੰ ਕਿਹਾ ਬੇਟਾ ਰੋਂਦਾ ਹੀ ਰਹਿੰਦਾ। ਉਹ ਮੇਰਾ ਬੜਾ ਜਿਗਰੀ ਯਾਰ ਸੀ। ਅਤੇ ਮੈਂ ਕਿਹਾ ਯਾਰ ਬਸ ਤੈਨੂੰ ਅੱਛਾ ਦੁੱਖ ਹੈ। ਉਹ ਵਾਲਾ ਬਾਕਸ ਹੈ ਜਿਹੜਾ ਕਿ ਦਾਦਾ ਜੀ ਨੇ ਹਿਜਰਤ ਕੀਤੀ ਸੀ ਅੰਮ੍ਰਿਤਸਰ ਤੋਂ, ਹੈ ਜੀ, ਅਤੇ ਨਾਲ ਲੈ ਕੇ ਆਇਆ ਸਰ। ਉਸ ਬੰਦੇ ਦਾ ਨਾਮ ਲਿਖਿਆ ਜਿਹਨੇ ਬਣਾਇਆ ਸੀ, ਪ੍ਰਭ ਦਿਆਲ ਨੇ ਬਣਾਇਆ ਅੰਮ੍ਰਿਤਸਰ। ਇਹ ਅੱਬਾ ਜੀ ਨੇ ਲਿਖਿਆ ਪ੍ਰਭ ਦਿਆਲ ਨੇ ਬਣਾਇਆ ਅੰਮ੍ਰਿਤਸਰ। ਇਹ ਮੈਨੂੰ ਪਹਿਲਾਂ ਪਤਾ ਸੀ ਸੰਦਰ, ਫਿਰ ਮੈਂ ਚੈੱਕ ਕਰਾ ਸੀ ਉਹਨਾਂ ਦਾ ਦਿਆਲ, ਲੇਕਿਨ ਪਿਓਰ ਦਿਆਲ। ਅੱਛਾ ਇਹ ਹਜ਼ੂਰ ਸਲਾਮ ਦੀ ਜਿਹੜੀ ਪਗੜੀ ਤੁਸੀਂ ਇਹ ਵੇਖੀ ਹੋਣੀ ਹੈ ਤਸਵੀਰ 'ਚ, ਹਜ਼ੂਰ ਦੀ ਪਗੜੀ। ਤੁਹਾਨੂੰ ਖੁਸ਼ਬੂ ਆ ਰਹੀ ਮੇਰੇ ਕੋਲ ਜ਼ੁਕਾਮ ਦੀ ਵਜ੍ਹਾ ਤੋਂ ਹਲਕੀ ਜਿਹੀ ਮਹਿਕ ਮੈਨੂੰ ਆ ਰਹੀ ਹੈ। ਹਾਂਜੀ ਜੀ ਲਓ ਹਾਂਜੀ ਬਣ ਰਹੀ। ਲਓ ਆਪਣੇ ਸੀਨੇ ਲਗਾ ਕੇ ਲੈ ਲਓ ਬੇਸ਼ੱਕ। ਹਾਂ ਫਿਰ ਨਾ ਇਸ ਸਾਈਡ 'ਤੇ ਆ ਜਾਓ। ਰਿਕਾਰਡਿੰਗ ਵਾਲੀ ਮਾਸ਼ਾ। ਇਹ ਹਜ਼ਰਤ ਮਸੀਹ ਸਲਾਮ ਦੀ ਪਗੜੀ ਹੈ। ਪਹਿਲੇ ਤਾਂ ਮੁਕੰਮਲ ਹੁੰਦੀ ਸੀ ਅਤੇ ਕੁਛ ਮੈਂ ਵੀ ਇੱਕ ਛੋਟਾ ਜਿਹਾ ਟੁਕੜਾ ਦਿੱਤਾ ਸੀ ਕਿਸੇ ਨੂੰ, ਲੇਕਿਨ ਉਸ ਤੋਂ ਬਾਅਦ ਮੈਂ ਇhtiyat ਕਰਨਾ ਉਹ ਕਾफ़ी सेंसिटिव हो गया उन कपड़े वाले। इस वक्त आप हजरत मसीह मऊद अलैहिस्सलाम जो अमामा पहना करते थे उसका कपड़ा देख रहे हैं। इसके बारे में हजरत मीर साहिब रज़ी अल्लाह अन्हु फरमाते हैं, अमामा शरीफ आप अलैहिस्सलाम मलमल का बांधा करते थे और अक्सर 10 गज या कुछ ऊपर लंबा होता था।
شملہ آپ لمبا چھوڑتے تھے، کبھی کبھی شملے کو آگے ڈال لیا کرتے تھے اور کبھی اس کا پلہ دہنے مبارک پر بھی رکھ لیتے، جبکہ مجلس میں خاموشی ہوتی۔ امامے کے باندھنے کی آپ کی خاص وجہ تھی، نوک تو ضرور سامنے ہوتی مگر سر پر ڈھیلا ڈھالا لپٹا ہوا ہوتا تھا۔ امامے کے نیچے اکثر رومی ٹوپی رکھتے تھے اور گھر میں امامہ اتار کر عموماً یہ ٹوپی ہی پہنے رہا کرتے، مگر نرم قسم کی، دوہری، جو سخت قسم کی نہ ہوتی۔ ਜਦੋਂ ਅਸੀਂ ਹੋਸ਼ਮਾਰੀ ਉਦੋਂ ਦਾ ਲਿਖਿਆ ਤੇ عطا کردہ حضرت مسیح ਮੌਦ مسیح موعود علیہ السلام ਇਹ ਕੁੜਤਾ ਮੁਬਾਰਕ ਹਾਂਜੀ ਇਹਨਾਂ ਦੇ ਸ਼ਲਵਾਰ ਨਹੀਂ ਹੁੰਦਾ ਪਜਾਮਾ ਹਾਂਜੀ ਇਹ ਕੁੜਤਾ ਨਹੀਂ ਬਸ درد ہو رہی ہے سنبھل جاؤ کے وقت ਮੈਂ ਮੁਸਲਮਾਨ ਨੇ ਕਿਹਾ ਸੀ ਕਿ ਇਹਨਾਂ ਨੂੰ ਤੁਸੀਂ ਮਲਬਲ ਦੇ ਕਬਾੜ 'ਚ ਉਹ 'ਚ ਸੇਵ ਕਰਨਾ ਹੁਣ ਕਰਨਾ ਪੈਣਾ ਸੀ ظہور مہدیے ਇਹ ਕੁੜਤਾ آخر زمان ہے سنبھل جاؤ کہ وقت ਅੱਛਾ امتحان ہے ਇਹ ਬਾਲ ਨੇ ਰੇਸ਼ਮ ਵਾਲੇ نہیں آ رہے ਇਹ ਰਹਿੰਦੇ ਨੇ ਟੈਸਟ ਹੋ ਗਿਆ اچھا تھلے نے ਹਾਂਜੀ سرخی مارنے والا ਮਹਿੰਦੀ ਲੱਗਣ ਦੇ ਸਨ میں دکھا ذرا ਹਾਂਜੀ محمد میرے تن میں مثل جاں ہے محمد میرے تن میں مثل جاں ہے یہ ہے مشہور جہاں ہے تو جہاں ہے یہ ہے مشہور جہاں ہے تو جہاں ہے گیا اسلام سے وقت خزاں ہے گیا اسلام سے وقت خزاں ہے ہوئی پیدا بہار جاوداں ہے ہوئی پیدا بہار جاوداں ہے ਜਦੋਂ ਹਜ਼ੂਰ ਅਲੈਹਿਸਸਲਾਮ ਮੁਕੱਦਮੇ ਤੇ ਜੇਲ੍ਹ ਆਏ ਸਨ ਜੇਲ੍ਹ ਜਦੋਂ ਉਹ ਉਤਰੇ ਸਨ ਨਾ ਉੱਥੇ ਸਟੇਸ਼ਨ ਤੇ ਲੋਕਾਂ ਨੇ ਫੁੱਲਾਂ ਦੇ ਹਾਰ ਪਾਏ ਸਨ ਇਹ ਹੁਣ فون تک گئے ہوگے ਧਾਗੇ ਦੇ ਵਿੱਚ ਪੂਰੇ ਇਹਨਾਂ ਦੇ ਬੀਜ ਵੀ ਨੇ اگر پوچھے کوئی عیسیٰ کہاں ہے اگر پوچھے کوئی عیسیٰ کہاں سامعین کرام، اس پوڈ کاسٹ کا دوسرا حصہ بھی نہایت دلچسپ ہے۔ اس میں ہم آپ کو اللہ تعالیٰ کے شہزاد اسلم صاحب کو عطا کیے گئے اس علم سے آگاہ کریں گے جو اللہ تعالیٰ نے ان کی دعاؤں کو شرف قبولیت بخش کر انہیں ودیعت فرمایا۔ روئے زمین پر شہزاد صاحب وہ پہلے انسان ہیں جنہوں نے اس خدا داد علم کی بنیاد پر ایسے شاہکارے تخلیق کیے جو بے نظیر ہیں۔
اس پوڈ کاسٹ کے اختتام پر ایک درخواست ہے، اگر آپ میں سے کوئی کپڑوں یا نادر نوادرات کو محفوظ رکھنے، پریزرو کرنے کا ماہر ہو یا ہماری رہنمائی کر سکے کہ ان تبرکات کو کس طرح بہتر طور پر محفوظ کیا جا سکتا ہے، تو براہ کرم اسکرین پر دیے گئے ای میل پر ہم سے رابطہ کریں۔ جزاکم اللہ احسن الجزاء۔ اگلے ہفتے تک کے لیے السلام علیکم ورحمۃ اللہ وبرکاتہ۔